ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੇ ਹੋਏ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਖਾਲਸਾ। ਆਓ ਭਾਈ ਸਾਹਿਬ ਪਹਾਣਾ ਪਾਸੋਂ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਗੁਰਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਭਰ ਨ ਜਾਤ, ਅਰ ਪਾਤ ਨਹਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤ੍ਰਿਭਾਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਣ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਤਡ ਸਿਮਰਨ ਹਬ ਕਿਛ ਲਦਮ, ਬਿਖਮ ਨਾ ਡਿਠਮ ਕੋਈ। ਜਿਸ ਪਤ ਰਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਜਿਸ ਪਤ ਰਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਚਬਰ ਛਤਰ ਤਖਤ ਸਿੰਘਾਸਨ ਕੇ ਮਾਲਕ, ਗੁਰਤਾ ਗੱਦੀ ਤੇ ਸੁਭਾਏ ਮਾਨ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ। ਉਪਮਾ ਮਹਾਨ ਜੀਓ ਕੇ ਮਾਲਕ, ਦੀਨਾ ਬੰਧੂ ਦੀਨਾ ਨਾਥ। ਵਾਲੀਏ ਕੁਲ ਆਲਮ, ਸਰਬ ਕਾਇਨਾਤ। ਸ੍ਰਿਸ਼ਟੀ ਕੇ ਰਚਨਾਇਕ, ਸ਼ਹਿਨशाह ਪਿਤਾ। ਸ਼ਬਦ ਬ੍ਰਹਮ ਸਤਿਗੁਰੂ, ਦਸਾਂ ਹੀ ਪਾਤਸ਼ਾਹੀਓਂ ਕੇ ਆਤਮਕ ਸਵਰੂਪ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਸਰਬੱਤ ਹੀ ਸੰਗਤ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪ ਸਰਬੱਤ ਸੰਗਤ ਹਾਜ਼ਰੀਨ ਹੋ ਰਹੇ ਹੋ। ਵੱਡ ਭਾਗੇ ਹੋ ਜਿਨ੍ਹਾਂ ਨੂੰ ਸਤਿਗੁਰੂ ਜੀਆਂ ਦੇ ਦਰਸ਼ਨਾਂ ਦੀ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ। ਚੰਗੇ ਕਰਮ ਹੋਵਣ
ਤਾਂ ਗੁਰੂ ਕੀ ਸੰਗਤ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਤੇ ਜਿਹੜੇ ਗੁਰਸਿੱਖ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਸਾਧ ਸੰਗਤ ਕਰਦੇ, ਗੁਰਬਾਣੀ ਪੜ੍ਹਦੇ ਸੁਣਦੇ ਨੇ ਨਾ, ਭਾਈ ਗੁਰਦਾਸ ਜੀ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨੀ ਚਾਹੁੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਾਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਾਰ ਨਾਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ। ਆਪ ਵਡਭਾਗੇ ਹੋ। ਆਓ ਆਪ ਜੀਆਂ ਨੇ ਸਿੰਘ ਸਾਹਿਬ ਜੀ ਹੋਰਾਂ ਪਾਸੋਂ ਮੂਲ ਪਾਠ ਸਰਵਣ ਕੀਤਾ ਹੈ, ਜੋ ਹਰ ਰੋਜ਼ ਇਸ ਪਾਵਨ ਪਵਿੱਤਰ ਗੁਰ ਇਤਿਹਾਸ ਗੁਰ ਸਥਾਨ ਦੀ ਮਰਿਆਦਾ ਹੈ। ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੈ। ਆਪ ਜੀਆਂ ਨੇ ਸ਼ਬਦ ਸਰਵਣ ਕੀਤਾ ਬੜੇ ਪ੍ਰੇਮ ਦੇ ਨਾਲ। ਆਓ ਵਿਚਾਰਾਂ ਪ੍ਰਾਰੰਭ ਕਰੀਏ ਤਾਂ ਕਿ ਕੁਝ ਨਾ ਕੁਝ ਅਸੀਂ ਆਪਣੇ ਪੱਲੇ ਪਾ ਸਕੀਏ, ਕੁਝ ਨਾ ਕੁਝ ਸਾਨੂੰ ਸਮਝ ਆ ਜਾਵੇ ਕਿ ਸੰਸਾਰ ਦੇ ਉੱਪਰ ਕੀ ਲੈਣ ਵਾਸਤੇ, ਕੀ ਖੱਟਣ ਵਾਸਤੇ ਆਏ ਹਾਂ। ਔਰ ਸਤਿਗੁਰੂ ਜੀਆਂ ਦਾ ਘਰ ਕਿਤਨਾ ਕੋ ਸਰਵ ਉੱਚਮ ਹੈ। ਸਤਿਗੁਰੂ ਜੀ ਕਿਰਪਾ ਕਰਨ। ਸਾਰਿਆਂ ਤੋਂ ਪਹਿਲਾਂ ਆਪ ਸਰਬੱਤ ਸੰਗਤ ਬੜੇ ਹੀ ਪ੍ਰੇਮ ਦੇ ਵਿੱਚ ਭੇਜ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਸਿਮਰਨ ਕਰੋ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਚੇਤੀ ਮਹੱਲਾ ਪਹਿਲਾ। ਸਾਧ ਸੰਗਤ ਜੀ, ਰਾਗ ਗੌੜੀ ਹੈ। ਅੱਗੇ ਮਹਾਰਾਜ ਜੀਆਂ ਨੇ ਚੇਤੀ ਪਾਇਆ ਹੈ। ਪ੍ਰਾਰੰਭ ਦੇ ਵਿੱਚ ਜਦੋਂ ਗੌੜੀ ਰਾਗ ਆਪ ਜੀਆਂ ਨੇ ਸਰਵਣ ਕੀਤਾ ਹੈ ਨਾ, ਗੌੜੀ ਦੀਆਂ 9 ਜਾਤੀਆਂ ਨੇ, ਜਿਨ੍ਹਾਂ ਦੇ ਵਿੱਚ 4 ਜਿਹੜੀਆਂ ਉਹ ਗੁਪਤ ਹਨ। ਮਹਾਰਾਜ ਜੀਆਂ ਨੇ ਉਹਨਾਂ ਦਾ ਵੀ ਸੰਕੇਤ ਦਿੱਤਾ ਹੈ। ਗੌੜੀ ਗਵਾਰੇਰੀ ਆਪ ਜੀਆਂ ਨੇ ਸਰਵਣ ਕੀਤੀ ਹੈ। ਹੁਣ ਇਹ ਗੌੜੀ ਦੀ ਜਾਤੀ ਹੈ ਸਾਧ ਸੰਗਤ। ਚੇਤੀ ਜਾਤੀ ਦੇ ਅੰਦਰ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਹ ਸ਼ਬਦ, ਇਹ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਅੰਗ 155 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਸਾਧ ਸੰਗਤ ਜੀ ਜੀਵ ਨੂੰ ਇਹ ਸਮਝਾਉਣਾ ਕਰਨਗੇ ਕਿ ਜਿਹੜਾ ਜੀਵ ਕਾਇਆਂ ਦੇ ਉੱਪਰ, ਇਸ ਦੇਹ ਦੇ ਉੱਪਰ ਮਾਣ ਕਰਦਾ ਹੈ ਨਾ, ਉਹਦਾ ਮਾਣ ਸਾਧ ਸੰਗਤ ਜੀ ਕਿਤਨਾ ਕੁ ਚਿਰ ਰਹਿੰਦਾ ਹੈ, ਉਹ ਕਿਤਨਾ ਅਹੰਕਾਰ ਕਰਦਾ ਹੈ। ਮਹਾਰਾਜ ਫਿਰ ਦੱਸਣਗੇ ਕਿ ਇਸ ਕਾਇਆਂ ਦਾ ਅਹੰਕਾਰ ਕਰਨਾ ਚਾਹੀਦਾ ਹੈ ਕਿ ਇਹਨੇ ਸੰਸਾਰ ਦੇ ਵਿੱਚ ਟਿਕ ਕਰਕੇ ਰਹਿਣਾ ਹੈ, ਜਾਂ ਕਿਤਨਾ ਸਮਾਂ ਇਹਦੀ ਆਰ ਬਲਾ ਇਹਨੇ ਸੰਸਾਰ ਦੇ ਵਿੱਚ ਰਹਿ ਕਰਕੇ ਕਾਰਜ ਕਰਨੇ ਨੇ। ਫਿਰ ਮਹਾਰਾਜ ਜੀਵ ਨੂੰ ਉਪਦੇਸ਼ ਦਿੰਦੇ ਨੇ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੰਸਾਰ ਦੇ ਭਲੇ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਾਰ ਦੇ ਵਿੱਚ ਉਦਾਸੀਆਂ ਕੀਤੀਆਂ। ਔਰ ਉਦਾਸੀਆਂ ਕਰਦੇ ਸਮੇਂ ਸਤਿਗੁਰੂ ਜੀਆਂ ਨੇ ਕੀ ਦੇਖਿਆ ਹੈ ਕਿ ਇੱਕ ਦੇਹ ਜਿਹੜੀ ਹੈ ਨਾ, ਉਹ ਪ੍ਰਾਣਾਂ ਤੋਂ ਰਹਿਤ ਪਈ ਹੋਈ ਹੈ। ਮਹਾਰਾਜ ਜੀਆਂ ਨੇ ਉਸ ਦੇਹ ਨੂੰ ਦੇਖ ਕਰਕੇ ਕਰਤਾਰਪੁਰ ਦੀ ਧਰਤੀ ਦੇ ਉੱਪਰ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਹੈ ਉਚਾਰਨ ਕੀਤਾ ਹੈ। ਜਿਵੇਂ ਸਾਧ ਸੰਗਤ, ਇੱਕ ਪਤੀ ਔਰ ਇੱਕ ਪਤਨੀ ਦੇ ਅੰਦਰ ਝਗੜਾ ਹੁੰਦਾ ਹੈ ਨਾ, ਪਤੀ ਜਿਹੜਾ ਹੈ ਉਹ ਆਪਣੀ ਪਤਨੀ ਨੂੰ ਉਲਾਂਭੇ ਦਿੰਦਾ ਹੈ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਤੂੰ ਮੇਰੇ ਨਾਲ ਧਰਮ ਨਹੀਂ ਕਮਾਇਆ। ਇੱਕ ਪਤਨੀ ਆਪਣੇ ਪਤੀ ਨੂੰ ਲਾਂਭੇ ਦਿੰਦੀ ਹੈ ਕਿ ਤੂੰ ਵੀ ਮੇਰੇ ਨਾਲ ਚੰਗਾ ਨਹੀਂ ਕੀਤਾ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਹੜਾ ਜੀਵ ਹੈ ਨਾ, ਜੀਵ ਆਤਮਾ, ਉਹ ਸਾਧ ਸੰਗਤ ਪਤੀ ਹੈ। ਉਹਨੂੰ ਪਤੀ ਜਾਣਨਾ
ਔਰ ਜਿਹੜੀ ਪਤਨੀ ਹੈ ਨਾ ਉਹ ਇੱਕ ਕਾਇਆ ਹੈ। ਕਾਇਆ ਤੇ ਭਾਵ ਸਥਿਰ ਨਹੀਂ, ਉਹਨੇ ਤੇ ਮਿੱਟੀ ਹੋ ਜਾਣਾ ਹੈ ਸਾਧ ਸੰਗਤ ਜੀ। ਪਰ ਮਹਾਰਾਜ ਜੀਆਂ ਨੇ ਸਮਝਾਉਣ ਦੇ ਵਾਸਤੇ ਇਹ ਸ਼ਬਦ ਜਿਹੜੇ ਨੇ ਉਹ ਵਰਤੇ ਨੇ। ਦੋਵਾਂ ਦਾ ਸੰਵਾਦ ਤੋਂ ਬਾਅਦ ਫਿਰ ਸਤਿਗੁਰੂ ਜੀ ਤਟ ਸਤੀ ਰੂਪ ਹੋ ਕਰਕੇ, ਦੋਵਾਂ ਤੋਂ ਨਿਰਲੇਪ ਹੋ ਕਰਕੇ, ਸਾਖੀ ਚੇਤਨ ਹੋ ਕਰਕੇ ਇਹਨਾਂ ਦੋਹਾਂ ਨੂੰ ਹੀ ਉਪਦੇਸ਼ ਦੇਣਗੇ। ਪਹਿਲਾਂ ਇਹਨਾਂ ਦਾ ਸੰਵਾਦ ਆ ਰਿਹਾ ਹੈ, ਆਓ ਸਰਵਣ ਕਰੀਏ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹੋ ਸੰਸਾਰੋ। ਸਾਧ ਸੰਗਤ ਜੀ, ਪਹਿਲਾਂ ਜੀਵ ਪਤੀ ਆਖਦਾ ਹੈ ਕਿ ਹੇ ਕਾਇਆ, ਹੇ ਦੇ, ਤੂੰ ਆਪਣੇ ਆਪ ਨੂੰ ਬੜਾ ਅਮਰ ਮੰਨ ਕਰਕੇ ਇਸ ਸੰਸਾਰ ਦੇ ਵਿੱਚ ਬੜੀ ਸੁਖਾਲੀ ਵਸ ਰਹੀ ਹੈ, ਬੜੇ ਰਸ ਭੋਗ ਰਹੀ ਹੈ। ਇਹ ਦੇ, ਇਸ ਸੰਸਾਰ ਦੇ ਵਿੱਚ ਤੈਨੂੰ ਸੁੱਖ ਜਿਹੜੇ ਨੇ ਬਹੁਤ ਚਾਹੀਦੇ ਹਨ, ਤੂੰ ਬਹੁਤ ਲੋਚ ਰਹੀ ਹੈ, ਔਰ ਸੁੱਖਾਂ ਦੇ ਵਿੱਚ ਰਹਿ ਕਰਕੇ ਆਪਣੇ ਆਪ ਨੂੰ ਅੰਮ੍ਰਿਤ ਤੋਂ ਭਾਵ ਮ੍ਰਿਤਿਉ ਤੋਂ ਰਹਿਤ ਅਮਰ ਮੰਨ ਕਰਕੇ ਸੰਸਾਰ ਦੇ ਵਿੱਚ ਤੂੰ ਬੈਠੀ ਹੈ ਆਪਣੇ ਆਪ ਨੂੰ। ਪਰ ਤੂੰ ਇਹ ਨਹੀਂ ਜਾਣਦੀ, ਮਹਾਰਾਜ ਕਹਿੰਦੇ ਇਹ ਸੰਸਾਰ ਜਿਹੜਾ ਹੈ ਇੱਕ ਬਾਜੀ ਦੀ ਤਰ੍ਹਾਂ ਹੈ। ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ ਨਾ, ਉਹਦਾ ਖੇਲ ਕਿਤਨਾ ਕੁ ਸਮਾਂ ਚੱਲਦਾ ਹੈ। ਗੁਰਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਨਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਉਹ ਕਈਆਂ ਤਰ੍ਹਾਂ ਦੇ ਖੇਡ ਜਿਹੜੇ ਕੌਤਕ ਜਿਹੜੇ ਉਹ ਦਿਖਾਉਂਦਾ ਹੈ, ਪਰ ਉਹ ਖੇਡ ਜਿਹੜੀ ਹੈ ਕੁਝ ਸਮਾਂ ਹੀ ਚੱਲਦੀ ਹੈ ਨਾ, ਖੇਡ ਤੋਂ ਬਾਅਦ ਉਹ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸੰਸਾਰ ਜਿਹੜਾ ਇੱਕ ਬਾਜੀ ਦੀ ਤਰ੍ਹਾਂ ਹੈ। ਪਰਮਾਤਮਾ ਵਾਹਿਗੁਰੂ ਜੀਆਂ ਨੇ ਇੱਕ ਖੇਡ ਪਾਈ ਹੋਈ ਹੈ। ਤੇ ਕਾਇਆ ਤੂੰ ਕੀ ਕਰ ਰਹੀ ਹੈ? ਆਪਣੇ ਆਪ ਨੂੰ ਤੂੰ ਅਮਰ ਮੰਨ ਕਰਕੇ ਸੰਸਾਰ ਦੇ ਵਿੱਚ ਬੜੇ ਸੁੱਖ ਭੋਗ ਰਹੀ ਹੈ। ਇਹ ਜਿਹੜਾ ਸਾਧ ਸੰਗਤ ਜੀਵ ਜਿਹੜਾ ਹੈ ਨਾ, ਪਤਨੀ ਕਾਇਆ ਨੂੰ ਉਲਾਂਭਾ ਦਿੰਦਾ ਹੈ, ਦੇਹ ਨੂੰ ਉਲਾਂਭਾ ਦਿੰਦਾ ਹੈ ਕਿ ਸੰਸਾਰ ਤੇ ਇੱਕ ਬਾਜੀ ਦੀ ਨਿਆਈ ਹੈ। ਇਸ ਤੋਂ ਸਾਰਿਆਂ ਨੇ ਚਲੇ ਜਾਣਾ ਜਦੋਂ ਖੇਡ ਖਤਮ ਹੋ ਗਈ। ਲਬ ਲੋਭ ਮੁਚ ਕੂੜ ਕਮਾਵੇ ਹੈ, ਬਹੁਤ ਉਠਾਵੇ ਭਾਰੋ। ਅੱਗੇ ਸਾਧ ਸੰਗਤ ਜੀ, ਇਹ ਕਾਇਆ ਜਿਹੜੀ ਜੀਵਾਤਮਾ ਨੂੰ ਫਿਰ ਉਲਾਂਭਾ ਦਿੰਦੀ ਹੈ, ਕਹਿੰਦੀ ਲਬ ਲੋਭ ਮੁਚ ਕੂੜ ਕਮਾਵੇ। ਹੇ ਜੀਵ ਤੂੰ ਕੀ ਕਰਦਾ ਪਿਆ ਹੈ? ਫਿਰ ਜੇ ਮੈਂ ਆਪਣੇ ਆਪ ਨੂੰ ਸਥਿਰ ਮੰਨਿਆ ਹੈ, ਅਮਰ ਮੰਨ ਕਰਕੇ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਖੁੰਝ ਗਈ, ਤੇ ਜੀਵ ਭਲਾ ਕੰਮ ਤੇ ਤੂੰ ਵੀ ਨਹੀਂ ਕੀਤਾ। ਤੂੰ ਕੀ ਕੀਤਾ ਹੈ? ਤੂੰ ਖਾਣ ਦਾ ਹੀ ਲੱਭ ਕਰੀ ਗਿਆ। ਲੱਭ ਤੋਂ ਭਾਵ ਖਾਣ ਦਾ ਲੱਭ ਕਰਨਾ। ਸਾਧ ਸੰਗਤ, ਪਦਾਰਥਾਂ ਨੂੰ ਖਾਣ ਦਾ, 36 ਪ੍ਰਕਾਰ ਦੇ ਭੋਜਨਾਂ ਦਾ ਤੈਨੂੰ ਲੱਭ ਪ੍ਰਾਪਤ ਹੋ ਗਿਆ। ਤੂੰ ਲੱਭ ਕਰਕੇ, ਲੋਭ ਕਰਕੇ ਪਦਾਰਥਾਂ ਦੇ ਅੰਦਰ ਪਦਾਰਥਾਂ ਨੂੰ ਇਕੱਤਰ ਕਰਕੇ, ਜੋੜ ਕਰਕੇ ਉਹਨਾਂ ਦਾ ਤੂੰ ਲੋਭ ਜਿਹੜਾ ਕਰਦਾ ਹੈ। ਮੁੱਚ ਕੂੜ ਕਮਾਵੇ, ਤੂੰ ਕੂੜ ਹੀ ਕਮਾਈ ਜਾਂਦਾ ਹੈ, ਝੂਠ ਹੀ ਕਮਾਈ ਜਾਂਦਾ ਹੈ, ਵਿਕਾਰ ਹੀ ਕਮਾਈ ਜਾਂਦਾ ਹੈ। ਤੂੰ ਕਿਹੜਾ ਕੋਈ ਭਲਾ ਕਾਰਜ ਕੀਤਾ ਹੈ? ਬਹੁਤ ਉਠਾਵੇ ਭਾਰੋ। ਤੇ ਸਾਧ ਸੰਗਤ ਜੀ, ਇਹਨਾਂ ਵਿਕਾਰਾਂ ਦਾ ਭਾਰ ਜਿਹੜਾ ਹੈ ਉਹ ਤੂੰ ਹੈ ਜੀਵ ਸਿਰ ਦੇ ਉੱਪਰ ਚੱਕਿਆ ਹੋਇਆ ਹੈ। ਇੱਕ ਗੱਲ ਯਾਦ ਰੱਖੀ, ਜੇਕਰ ਇਹ ਭਾਰ ਜਿਹੜਾ ਇਸੇ ਤਰ੍ਹਾਂ ਸਿਰ ਦੇ ਉੱਪਰ ਰਿਹਾ ਨਾ, ਤੇ ਗਾਂਹ ਜਾ ਕਰਕੇ ਜਿਹੜੇ ਸਾਗਰ ਤੋਂ ਤੂੰ ਪਾਰ ਹੋਣਾ ਹੈ ਨਾ ਪ੍ਰਲੋਕ ਦੇ ਅੰਦਰ, ਜੇਕਰ ਤੇਰੇ ਕੋਲ ਇਤਨਾ ਇਹ ਵਿਕਾਰਾਂ ਦਾ ਭਾਰ ਹੋਇਆ ਤੇ ਤੇਰੇ ਕੋਲ ਉਹ ਪ੍ਰਾਪਤ ਨਹੀਂ ਹੋਣਾ। ਜਿਵੇਂ ਮਹਾਰਾਜ ਗੁਰਬਾਣੀ ਦੇ ਅੰਦਰ ਬਚਨ ਕਰਦੇ ਨੇ ਨਾ ਸਾਧ ਸੰਗਤ, ਕਹਿੰਦੇ ਜੇਕਰ ਤੂੰ ਗਲ ਦੇ ਵਿੱਚ ਵਿਕਾਰਾਂ ਦੇ ਪੱਥਰ ਬੰਨ ਲਏ, ਸਿਰ ਦੇ ਉੱਪਰ ਜਿਹੜੀ ਨਿੰਦਾ ਦੀ ਪੋਠ ਪੰਡ ਜਿਹੜੀ ਹੈ ਉਹ ਉਠਾ ਲਈ, ਤੇ ਫਿਰ ਕਿਵੇਂ ਸਾਗਰ ਤੋਂ, ਇਸ ਸੰਸਾਰ ਰੂਪੀ ਸਾਗਰ ਤੋਂ ਪਾਰ ਹੋਏਗਾ? ਤੇਰਾ ਫਿਰ ਪਾਰਾਵਾਰ ਕਿਵੇਂ ਹੋਏਗਾ? ਮਹਾਰਾਜ ਜੀ ਕਹਿੰਦੇ ਬੇਕਾਰ ਪਾਥਰ ਗਲਹਿ ਬੰਨ੍ਹਦੇ, ਨਿੰਦ ਪੋਟ ਸਿਰਾਏ। ਮਹਾਰਾਜ ਕਹਿੰਦੇ ਗਲ ਦੇ ਵਿੱਚ ਤੂੰ ਵਿਕਾਰਾਂ ਦੇ ਪੱਥਰ ਬੰਨ ਲਏ, ਬੇਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋਟ ਸਿਰਾਏ। ਮਹਾਸਾਗਰ ਸਮੁੰਦ ਲੱਗਣਾ, ਪਾਰ ਨਾ ਪਰਨਾ ਜਾਏ। ਇਸ ਤਰ੍ਹਾਂ ਕੀ ਹੋਵੇਗਾ ਕਿ ਤੂੰ ਪਾਰ ਜਿਹੜਾ ਉਹ ਨਹੀਂ ਹੋ ਸਕਦਾ, ਕਿਉਂਕਿ ਬਹੁਤ ਉਠਾਵੇ ਭਾਰੋ। ਤੂੰ ਸੰਸਾਰ ਦੇ ਉੱਪਰ
ਵਿਕਾਰਾਂ ਦੇ ਨਾਲ ਇਹਨਾਂ ਵਿਕਾਰਾਂ ਨੂੰ ਹਿਰਦੇ ਦੇ ਅੰਦਰ, ਇਹਨਾਂ ਵਿਕਾਰਾਂ ਨੂੰ ਆਪਣੇ ਇੰਦਰੀਆਂ ਰਾਹੀਂ ਕਮਾ ਕਰਕੇ ਬਹੁਤ ਭਾਰ ਜਿਹੜਾ ਹੈ ਨਾ ਉਹ ਚੱਕਿਆ ਹੋਇਆ ਹੈ। ਲੱਭ ਕਰਦਾ ਹੈ, ਲੋਭ ਕਰਦਾ ਹੈ, ਕੂੜ ਕਮਾਉਂਦਾ ਹੈ। ਇਸ ਤਰ੍ਹਾਂ ਭਵਜਲ ਦੇ ਵਿੱਚੋਂ ਪਾਰ ਨਹੀਂ ਹੋਇਆ ਜਾਵੇਗਾ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਫਿਰ ਜੀਵ ਜਿਹੜਾ ਹੈ ਨਾ ਉਹ ਫਿਰ ਕਾਇਆ ਨੂੰ ਕਹਿੰਦਾ ਹੈ, ਕਹਿੰਦਾ ਤੂੰ ਕਾਇਆ ਮੈਂ ਰੁਲਦੀ ਦੇਖੀ। ਕਹਿੰਦਾ ਸੰਸਾਰ ਦੇ ਵਿੱਚ ਤੇਰੀ ਇੱਜ਼ਤ, ਤੇਰਾ ਮਾਣ ਜਿਹੜਾ ਉਹ ਕੇਵਲ ਮੇਰੇ ਕਰਕੇ ਹੈ। ਜੇ ਮੈਂ ਤੇਰੇ ਵਿੱਚ ਹਾਣਾ ਤੇ ਤੈਨੂੰ ਸਾਰੇ ਸੁੱਖ ਪੁੱਛਦੇ ਨੇ, ਸੁੱਖ ਸਾਂਦ ਪੁੱਛਦੇ ਨੇ। ਜਦੋਂ ਮੈਂ ਤੇਰੇ ਵਿੱਚੋਂ ਨਿਕਲ ਜਾਣਾ ਹੈ ਨਾ ਤੇ ਮੈਂ ਤੈਨੂੰ ਰੁਲਦਿਆਂ ਦੇਖਿਆ। ਸਾਧ ਸੰਗਤ ਜੀ, ਜਿੰਨਾ ਤੱਕ ਜੀਵ ਇਹ ਆਤਮਾ ਜਿਹੜੀ ਇਸ ਕਾਇਆ ਦੇ ਵਿੱਚ ਹੈ ਨਾ, ਉਹਨਾਂ ਤੱਕ ਕਾਇਆ ਦਾ ਮੁੱਲ ਹੈ। ਨਹੀਂ ਤੇ ਜੀਵ ਜਿਹੜਾ ਉਹ ਪ੍ਰਤੱਖ ਦੇਖ ਲੈਂਦਾ ਹੈ। ਜਦੋਂ ਕਿਸੇ ਦਾ ਸੰਸਕਾਰ ਕਰਕੇ ਆਉਂਦੇ ਹੈ ਨਾ ਸਾਧ ਸੰਗਤ ਜੀ, ਤੇ ਉਹ ਕਾਇਆ ਜਿਹੜੀ ਹੈ ਉਹ ਰੁਲਦੀ ਫਿਰਦੀ ਹੈ ਫਿਰ। ਤੇ ਮਹਾਰਾਜ ਜੀਆਂ ਨੇ ਫਿਰ ਦੱਸਿਆ ਵੀ ਹੈ ਕਿਵੇਂ ਰੁਲਦੀ ਹੈ, ਜਿਉਂ ਧਰ ਉੱਪਰ ਛਾਰੋ। ਜਿਵੇਂ ਸਾਧ ਸੰਗਤ ਧਰਤੀ ਦੇ ਉੱਪਰ ਸਵਾਰ ਉਲਦੀ ਫਿਰਦੀ ਹੁੰਦੀ ਹੈ ਨਾ, ਇਸ ਤਰ੍ਹਾਂ ਫਿਰ ਕਾਇਆ ਦੀ ਹਾਲਤ, ਇਸ ਦੇਹ ਦੀ ਹਾਲਤ ਹੁੰਦੀ ਹੈ। ਮਹਾਰਾਜ ਕਹਿੰਦੇ ਇੱਕ ਮੁੱਠੀ ਜਿਹੜੀ ਸਵਾਹ ਹੈ ਉਹ ਧਰਤੀ ਦੇ ਉੱਪਰ ਸਿੱਟ ਦੇਵੋ, ਹਵਾ ਦਾ ਬੁੱਲਾ ਆਇਆ ਕਿਧਰ ਨੂੰ ਚਲੀ ਜਾਂਦੀ ਕੁਝ ਪਤਾ ਨਹੀਂ ਲੱਗਦਾ। ਇਹ ਕਾਇਆ ਜਿਹੜੀ ਹੈ ਇਹ ਇਸੇ ਤਰ੍ਹਾਂ ਰੁਲਦੀ ਹੈ। ਤੇ ਜਿਹੜੇ ਦਫਨਾ ਹੁੰਦੇ ਆ ਸਾਧ ਸੰਗਤ, ਉਹ ਵੀ ਮਿੱਟੀ ਦੇ ਵਿੱਚ ਹੀ ਰਲ ਜਾਂਦੀ ਹੈ ਨਾ। ਕਾਇਆ ਦਾ ਕੋਈ ਵੀ ਮੁੱਲ ਨਹੀਂ ਪੈਂਦਾ। ਜੀਵ ਕਹਿੰਦਾ ਇਹ ਕਾਇਆ ਮੇਰੇ ਤੋਂ ਬਗੈਰ ਤੇ ਤੂੰ ਰੁਲਦੀ ਫਿਰਦੀ ਹੈ, ਜਿਵੇਂ ਧਰਤੀ ਦੇ ਉੱਪਰ ਸਵਾਹ ਹੁੰਦੀ ਹੈ। ਸੁਣ ਸੁਖ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ, ਬਹੁੜ ਨਾ ਆਵੇ ਵਾਰੀ। ਹੁਣ ਸਾਧ ਸੰਗਤ ਜੀ, ਇਹ ਜੀਵ ਨੂੰ ਉਪਦੇਸ਼ ਦਿੱਤਾ ਹੈ ਮਹਾਰਾਜ ਜੀਆਂ ਨੇ। ਭਾਵੇਂ ਸੰਵਾਦ ਕਰਾ ਰਹੇ ਨੇ ਨਾ, ਪਰ ਉਪਦੇਸ਼ ਦੇ ਰਹੇ ਨੇ ਕਿ ਇਹ ਕਾਇਆ ਜਿਹੜੀ ਹੈ ਕੀ ਕਰ ਰਹੀ ਹੈ, ਜੀਵ ਜਿਹੜਾ ਉਹ ਕੀ ਕਰ ਰਿਹਾ ਹੈ। ਸੁਣ ਸੁਣ ਸਿੱਖ ਹਮਾਰੀ, ਇਹ ਮੇਰੀ ਸਿੱਖਿਆ ਸੁਣ ਹੈ ਜੀਵ। ਇਹ ਕਾਇਆ ਕਹਿ ਰਹੀ ਹੈ ਸਾਧ ਸੰਗਤ ਜੀ, ਕਹਿੰਦੀ ਤੂੰ ਮੇਰੀ ਸਿੱਖਿਆ ਨੂੰ ਸੁਣਨਾ ਕਰ, ਪ੍ਰੇਮ ਦੇ ਵਿੱਚ ਆਣ ਕਰਕੇ ਸੁਣ, ਕ੍ਰੋਧ ਨਾ ਕਰ, ਗੁੱਸਾ ਨਾ ਕਰ। ਸੋ ਕਿਰਤ ਕੀਤਾ ਰਹਿਸੀ ਮੇਰੇ ਜੀਅੜੇ, ਜਿਹੜਾ ਤੂੰ ਸ੍ਰੇਸ਼ਟ ਕੰਮ ਸੰਸਾਰ ਦੇ ਵਿੱਚ ਇਸ ਮਾਤਲੋਕ ਦੇ ਵਿੱਚ ਰਹਿ ਕਰਕੇ ਕੀਤਾ ਹੈ ਨਾ। ਸਾਧ ਸੰਗਤ, ਸ੍ਰੇਸ਼ਟ ਕੰਮ ਕੀ ਹੈ? ਸਾਧ ਸੰਗਤ ਕਰਨੀ, ਕਿਸੇ ਗਰੀਬ ਗੁਰਬੇ ਦਾ ਭਲਾ ਕਰਨਾ, ਚੰਗੇ ਗੁਣਾਂ ਨੂੰ ਧਾਰਨ ਕਰਨਾ, ਇਹ ਕੀ ਹੈ? ਇਹ ਸ੍ਰੇਸ਼ਟ ਕੰਮ ਨੇ ਸਾਰੇ। ਤੇ ਇਹ ਕਾਇਆ ਜੀਵ ਨੂੰ ਕਹਿੰਦੀ ਜੇਕਰ ਤੂੰ ਜਿਹੜਾ ਸ੍ਰੇਸ਼ਟ ਕੰਮ ਕਰੇਗਾ ਨਾ ਇਸ ਮਾਤ ਲੋਕ ਦੇ ਉੱਪਰ, ਉਹੀ ਕਰਮ ਤੇਰਾ, ਉਹੀ ਗੁਣ ਤੇਰਾ ਤੇਰੇ ਨਾਲ ਨਿਭੇਗਾ, ਪਰਲੋਕ ਦੇ ਅੰਦਰ ਵੀ ਔਰ ਲੋਕ ਦੇ ਅੰਦਰ ਵੀ। ਉਹ ਗੁਣ ਤੇਰੇ ਨਾਲ ਹੀ ਰਹੇਗਾ, ਕਿਉਂਕਿ ਉਹ ਚੰਗਾ ਗੁਣ ਹੈ। ਜੇ ਤੂੰ ਨਾਮ ਜਪਿਆ ਉਹ ਤੇਰੇ ਨਾਲ ਨਿਭੇਗਾ। ਸੋ ਕਿਰਤ ਕੀਤਾ ਰਹਿਸੀ ਮੇਰੇ ਜੀਅੜੇ, ਉਹੀ ਗੁਣ ਤੇਰੇ ਨਾਲ ਰਹਿਣਗੇ ਜਿਹੜੇ ਤੇਰੇ ਭਲੇ ਹੋਣਗੇ। ਮਾੜਿਆਂ ਦਾ ਤੇ ਤੈਨੂੰ ਲੇਖਾ ਦੇਣਾ ਪਵੇਗਾ। ਬਹੁੜ ਨਾ ਆਵੇ ਵਾਰੀ। ਤੇ ਅੱਗੋਂ ਫਿਰ ਕਾਇਆ ਜੀਵ ਨੂੰ ਪਤਾ ਕੀ ਕਹਿੰਦੀ ਹੈ? ਕਹਿੰਦੀ ਦੇਖ ਤੇਰੀ ਮੁੜ ਕਰਕੇ ਵਾਰੀ ਨਹੀਂ ਫਿਰ ਆਉਣੀ। ਸਾਧ ਸੰਗਤ, ਬੜੀ ਮੁਸ਼ੱਕਤ ਦੇ ਨਾਲ, ਸਾਡੇ ਚੰਗੇ ਕਰਮਾਂ ਦੇ ਨਾਲ ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ। ਪਤਾ ਨਹੀਂ ਕਿਤਨੀਆਂ ਕੁ ਜੂਨਾਂ ਦੇ ਵਿੱਚੋਂ ਆਪਾਂ ਨਿਕਲ ਕਰਕੇ ਆਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕੀੜੇ ਪਤੰਗੇ ਬਣੇ, ਸੱਪਾਂ ਦੀ ਜੂਨਾਂ ਦੇ ਵਿੱਚ ਬਹਿ ਗਏ ਔਰ ਸਾਧ ਸੰਗਤ ਬੜੇ ਦੁੱਖ ਭੋਗੇ। ਪਰ ਮਹਾਰਾਜ ਜੀਆਂ ਨੇ ਹੁਣ ਕਿਰਪਾ ਕੀਤੀ ਕਿ 84 ਲੱਖ ਜੂਨਾਂ ਦੇ ਵਿੱਚੋਂ ਜਿਹੜਾ ਉੱਤਮ ਜਨਮ ਹੈ ਨਾ, ਉਹ ਸਾਧ ਸੰਗਤ ਜੀ ਮਨੁੱਖਾ ਜਨਮ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ, ਕਹਿੰਦੇ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਕਹਿੰਦੇ ਸਾਰਿਆਂ ਜਨਮਾਂ ਦੇ ਵਿੱਚੋਂ ਉੱਤਮ ਜਨਮ ਜਿਹੜਾ ਹੈ ਉਹ ਮਾਨਸ ਦੇਹੀ ਹੈ।
ਤੇ ਇਹ ਕਾਇਆ ਜੀਵ ਨੂੰ ਕਹਿੰਦੀ ਬਹੁੜ ਨਾ ਆਵੇ ਵਾਰੀ। ਇਹ ਗੱਲ ਯਾਦ ਰੱਖੀ, ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਭਗਤ ਕਬੀਰ ਜੀਆਂ ਨੂੰ ਆਪਾਂ ਜਦੋਂ ਸ਼ਲੋਕ ਪੜ੍ਹਦੇ ਆ ਨਾ, ਭਗਤ ਕਬੀਰ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਵਾਰ-ਵਾਰ ਤੈਨੂੰ ਮੌਕਾ ਨਹੀਂ ਮਿਲਣਾ, ਬੜਾ ਦੁਰਲੱਭ ਜੀਵਨ ਤੈਨੂੰ ਪ੍ਰਾਪਤ ਹੋਇਆ ਹੈ। ਇਸ ਕਰਕੇ ਤੂੰ ਇਹਨੂੰ ਗਵਾ ਨਾ ਰਹਾਓ। ਠਹਿਰਾਓ ਦੇ ਕਰਕੇ ਮਹਾਰਾਜ ਅੱਗੇ ਕਿਰਪਾ ਕਰਦੇ। ਹਉ ਤੁਧ ਆਖਾ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਹੁਣ ਜਿਹੜਾ ਜੀਵ ਹੈ ਨਾ, ਉਹ ਫਿਰ ਆਪਣੀ ਕਾਇਆ ਨੂੰ, ਦੇਹ ਨੂੰ ਕਹਿੰਦਾ ਹੈ ਹੁਣ ਤੂੰ ਮੇਰੀ ਵੀ ਸਿੱਖਿਆ ਜਿਹੜੀ ਹੈ ਉਹਨੂੰ ਤੂੰ ਸੁਣਨਾ ਕਰ। ਮੇਰੀ ਜਿਹੜੀ ਸਿੱਖਿਆ ਹੈ ਉਹਨੂੰ ਹੁਣ ਤੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ। ਨਿੰਦਾ ਚਿੰਦਾ ਕਰਹਿ ਪਰਾਈ, ਝੂਠੀ ਲਾਇਤ ਬਾਰੀ। ਮਹਾਰਾਜ ਜੀ ਕਹਿੰਦੇ ਕਿ ਇਹ ਜੀਵ ਜਿਹੜਾ ਹੁਣ ਕਾਇਆ ਨੂੰ ਕਹਿੰਦਾ ਕਿ ਤੂੰ ਕਿਹੜਾ ਬੜਾ ਭਲਾ ਕਰਮ ਕਰਦੀ ਹੈ। ਨਿੰਦਾ, ਕਿਸੇ ਦੀ ਨਿੰਦਾ ਕਰਨ ਤੋਂ ਤੂੰ ਹਟਦੀ ਨਹੀਂ। ਚਿੰਦਾ ਸਾਧ ਸੰਗਤ ਜੀ ਹੁੰਦੀ ਹੈ ਕਿਸੇ ਦੀ ਬੜੀ ਜਿਹੜੀ ਉਸਤਤ ਕਰਨੀ, ਇਹਨੂੰ ਆਪਾਂ ਝੂਠੀ ਉਸਤਤ ਵੀ ਕਹਿ ਸਕਦੇ ਆ। ਕਿਸੇ ਦੀ ਐਵੇਂ ਉਸਤਤ ਕਰੀ ਜਾਣੀ, ਕਿਸੇ ਕੋਲ ਮਾਇਆ ਦੀਆਂ ਚਾਰ ਛਿਲੜਾਂ ਦੇਖ ਕਰਕੇ ਕਹਿਣਾ ਤੂੰ ਬੜਾ ਭਲਾ ਜੀਵ ਹੈ। ਝੂਠੀ ਲਾਇਤਬਾਰੀ, ਤੇ ਝੂਠੀਆਂ ਜਿਹੜੀਆਂ ਸੌਹਾਂ ਆਪਾਂ ਕਹਿ ਲਈਏ, ਲਾਇਤਬਾਰੀ ਇਹ ਵਿਸ਼ਵਾਸ ਦਿਵਾਉਣਾ ਝੂਠਾ। ਜਿਵੇਂ ਸਾਧ ਸੰਗਤ ਇੱਕ ਜੀਵ ਕਹਿੰਦਾ ਹੈ ਨਾ ਕਿ ਮੈਂ ਇਹ ਤੈਨੂੰ ਪਰਦੇ ਵਾਲੀ ਗੱਲ ਦੱਸੀ ਹੈ, ਇਹ ਤੂੰ ਹੋਰ ਕਿਸੇ ਨੂੰ ਨਾ ਦੱਸੀ। ਤੇ ਉਹ ਜੀਵ ਜਿਹੜਾ ਗਾਂ ਹੋਰ 10-15 ਨੂੰ ਦੱਸੇ, ਇਹ ਹੁੰਦੀ ਹੈ ਝੂਠੀ ਲਾਇਤਬਾਰੀ। ਮਹਾਰਾਜ ਕਹਿੰਦੇ ਇਹ ਕਾਇਆ, ਇਹ ਤੂੰ ਕੀ ਕਰਦੀ ਪਈ ਹੈ? ਨਿੰਦਾ ਚਿੰਦਾ, ਤੂੰ ਨਿੰਦਾ ਕਰਨ ਦੇ ਵਿੱਚ ਤੈਨੂੰ ਬੜਾ ਰਸ ਆਉਂਦਾ ਹੈ। ਸਾਧ ਸੰਗਤ ਜੀ, ਜਦੋਂ ਕੋਈ ਮਨਮੁਖ ਜਾਂ ਪਰਮਾਤਮਾ ਤੋਂ ਖੁੰਝਿਆ ਹੋਇਆ ਪਰਮਾਤਮਾ ਵਾਹਿਗੁਰੂ ਜੀਆਂ ਦੇ ਸੇਵਕਾਂ ਦੀ ਨਿੰਦਿਆ ਕਰਦਾ ਹੈ ਨਾ, ਤੇ ਮਹਾਰਾਜ ਕਹਿੰਦੇ ਉਹ ਜਿਹੜਾ ਨਿੰਦਕ ਹੈ ਨਾ, ਉਹਦਾ ਮੁੱਖ ਜਿਹੜਾ ਕਾਲਾ ਹੁੰਦਾ। ਸਾਧ ਸੰਗਤ, ਜਿਹੜਾ ਨਿੰਦਕ ਹੈ ਨਾ, ਉਹ ਭਲੇ ਕਰਮਾਂ ਨੂੰ ਦੇਖ ਕਰਕੇ ਖੁਸ਼ ਨਹੀਂ ਹੁੰਦਾ। ਉਹ ਕਦੇ ਵਾਸਤੇ ਵੀ ਖੁਸ਼ ਨਹੀਂ ਹੁੰਦਾ। ਉਹਦੇ ਮਨ ਦੇ ਵਿੱਚ ਬੜਾ ਦੁੱਖ ਆਉਂਦਾ ਹੈ। ਜੋ ਦੇਖੈ ਛਿਦਰ ਤਉ ਨਿੰਦਕ ਉਮਾਹੇ, ਭਲੋ ਦੇਖ ਦੁੱਖ ਭਰੀ ਹੈ। ਤੇ ਜਦੋਂ ਉਹ ਕੋਈ ਮਾੜੀ ਮੋਟੀ ਗਲਤੀ ਦੇਖ ਲੈਂਦਾ, ਬੜਾ ਖੁਸ਼ ਹੁੰਦਾ ਹੈ ਮਨ ਦੇ ਵਿੱਚ ਕਿ ਇਹਦੇ ਕੋਲੋਂ ਗਲਤੀ ਹੋਈ ਹੈ। ਪਰ ਜਦੋਂ ਕੋਈ ਜੀਵ ਭਲਾ ਕੰਮ ਕਰਦਾ ਹੈ ਤੇ ਨਿੰਦਾ ਕਰਨ ਵਾਲਾ ਉਹਨੂੰ ਮਾੜਾ ਸਮਝਦਾ ਹੈ, ਉਹਨੂੰ ਦੁੱਖ ਲੱਗਦਾ ਹੈ। ਮਹਾਰਾਜ ਜੀ ਕਹਿੰਦੇ ਜੋ ਦੇਖੈ ਛਿਦਰ ਤਉ ਨਿੰਦਕ ਉਮਾਹੈ, ਭਲੋ ਦੇਖ ਦੁੱਖ ਭਰੀਐ। ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸਿਉ ਵਾਦ ਉਠਰੀਏ। ਉਹ ਪਰਮਾਤਮਾ ਦੇ ਪਿਆਰਿਆਂ ਦੇ ਨਾਲ ਜਿਹੜਾ ਹੈ ਧਰੋ ਕਮਾਉਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਜਨ ਨਾਨਕ ਕਾ ਰਾਖਾ ਆਪ ਸੁਆਮੀ, ਕਿਆ ਮਾਨਸ ਬਪਰੇ ਕਰੀਏ। ਉਹ ਪਰਮਾਤਮਾ ਜਦੋਂ ਆਪ ਰਾਖਾ ਹੋ ਜਾਵੇ ਨਾ, ਕੋਈ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਵੇ ਸਾਧ ਸੰਗਤ, ਫਿਰ ਪਰਮਾਤਮਾ ਦੇ ਪਿਆਰੇ ਦਾ ਕੋਈ ਕੁਝ ਵੀ ਨਹੀਂ ਵਿਗਾੜ ਨਹੀਂ ਸਕਦਾ। ਇਹ ਕਾਇਆ ਕੀ ਕਰਦੀ? ਨਿੰਦਾ ਕਰਦੀ ਹੈ, ਝੂਠੀ ਲਾਇਤਬਾਰੀ। ਇਹ ਦੁਨੀਆ ਨੂੰ ਮਾਇਆ ਦੀ ਖਾਤਰ ਸਲਾਉਂਦੀ ਫਿਰਦੀ ਹੈ। ਕਿਉਂਕਿ ਮਹਾਰਾਜ ਜੀਆਂ ਨੇ ਗੁਰਬਾਣੀ ਦੇ ਅੰਦਰ ਇਹ ਵੀ ਉਪਦੇਸ਼ ਦਿੱਤਾ ਹੈ ਨਾ, ਦੁਨੀਆ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹ ਦੁਨੀਆ ਜਿਹਨੇ ਖਤਮ ਹੋ ਜਾਣਾ ਹੈ, ਇਹਨੂੰ ਸਲਾਉਣ ਦੀਆਂ ਵਡਿਆਈਆਂ ਕਰਨ ਦੀਆਂ ਤੂੰ ਖੇਚਲਾ ਨਾ ਕਰ, ਇਹ ਤੇ ਮਿੱਟੀ ਦੇ ਵਿੱਚ ਰੁਲ ਜਾਵੇਗੀ। ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਜਿਨ੍ਹਾਂ ਮਿੱਟੀ ਦੇ ਵਿੱਚ ਰੁਲ ਜਾਣਾ ਹੈ, ਉਹਨਾਂ ਨੂੰ ਵਡਿਆਉਣ ਦਾ ਕੋਈ ਫਾਇਦਾ ਨਹੀਂ। ਵਾਹੋ ਮੇਰੇ ਸਾਹਿਬਾ, ਵਾਹੋ ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪ੍ਰਵਾਹੋ। ਉਸ ਪਰਮਾਤਮਾ ਵਾਹਿਗੁਰੂ ਦੀਆਂ ਦੀ ਵਡਿਆਈ ਕਰ, ਉਹਨੂੰ ਸਲਾਉਣਾ ਕਰ। ਝੂਠੀਆਂ ਲਾਇਤਬਾਰੀਆਂ ਜਿਹੜੀਆਂ ਨੇ ਉਹ ਤੂੰ ਇਹ ਕਾਇਆ ਨਾ ਕਰ, ਨਾ ਲਾ। ਅੱਗੇ ਫਿਰ ਮਹਾਰਾਜ ਕਹਿੰਦੇ ਵੇਲ ਪਰਾਈ ਜੋ ਹੈ ਜੀਅੜੇ, ਕਰਹਿ ਚੋਰੀ ਬੁਰਿਆਈ। ਹੁਣ ਕਾਇਆ ਜਿਹੜੀ ਦੇਹ ਹੈ ਨਾ, ਉਹ ਜੀਵ ਨੂੰ ਕਹਿੰਦੀ ਤੂੰ ਕੀ ਕਰਦਾ ਪਿਆ ਹੈ ਜੀਵ? ਤੂੰ ਕਰਦਾ ਹੈ ਵੇਲ ਪਰਾਈ ਜੋ ਹੈ ਜੀਅੜੇ। ਪਰਾਈਆਂ ਇਸਤਰੀਆਂ ਨੂੰ ਤੂੰ ਆਪਣੀਆਂ ਅੱਖਾਂ ਦੇ ਨਾਲ, ਇਹਨਾਂ ਨੇਤਰਾਂ ਦੇ ਨਾਲ ਤੱਕਦਾ ਹੈ।
ਸਾਧ ਸੰਗਤ ਇੱਥੇ ਵੇਲ ਇਸਤਰੀ ਨੂੰ ਮਹਾਰਾਜ ਜੀਆਂ ਨੇ ਤਾਂ ਕਿਹਾ ਹੈ ਕਿਉਂਕਿ ਇਸਤਰੀ ਨੂੰ ਸੰਤਾਨ ਰੂਪੀ ਫਲ ਰੱਖਦਾ ਹੈ ਨਾ ਸਾਧ ਸੰਗਤ ਜੀ, ਤਾਂ ਮਹਾਰਾਜ ਜੀਆਂ ਨੇ ਇੱਥੇ ਵੇਲ ਸ਼ਬਦ ਵਰਤਿਆ ਹੈ। ਕਹਿੰਦੇ ਜੀਵ ਵੇਲ ਪਰਾਈ ਜੋ ਹੈ ਜੀਅੜੇ ਤੂੰ ਤੱਕਦਾ ਆਪਣੀਆਂ ਅੱਖਾਂ ਦੇ ਨਾਲ ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਆਪਣੇ ਅੰਦਰੋਂ ਲੁਕ ਕਰਕੇ ਤੂੰ ਦੇਖਦਾ ਹੈ। ਪਰ ਇਹ ਗੱਲ ਯਾਦ ਰੱਖੀ ਕਰਹਿ ਚੋਰੀ ਬੁਰਿਆਈ, ਜਿੰਨੀਆਂ ਮਰਜ਼ੀ ਚੋਰੀਆਂ ਕਰ ਲੈ ਬੁਰਾਈਆਂ ਕਰ ਲੈ, ਇਹ ਤੇਰੇ ਕੰਮ ਨਹੀਂ ਆਉਣੀਆਂ, ਤੈਨੂੰ ਅਖੀਰ ਦੇ ਵਿੱਚ ਦੁੱਖ ਦੇਣਗੀਆਂ, ਤੈਨੂੰ ਅਖੀਰ ਦੇ ਵਿੱਚ ਇਹ ਕਸ਼ਟ ਹੀ ਦੇਣਗੀਆਂ, ਤੈਨੂੰ ਲੇਖਾ ਜਿਹੜਾ ਹੈ ਉਹ ਦੇਣਾ ਪਵੇਗਾ। ਤੂੰ ਚੋਰੀਆਂ ਕਰਦਾ ਹੈ, ਬੁਰਾਈਆਂ ਬੁਰੇ ਕਰਮ ਕਰਦਾ ਹੈ, ਬੁਰਾਈ ਨੂੰ ਹੀ ਕਮਾਉਣਾ ਹੈ। ਪਰ ਅੱਗੇ ਮਹਾਰਾਜ ਫਿਰ ਉਪਦੇਸ਼ ਦਿੰਦੇ, ਹੁਣ ਜਿਹੜਾ ਪਤੀ ਹੈ ਨਾ ਇਹ ਜੀਵ ਉਹ ਕਾਇਆ ਨੂੰ ਕਹਿੰਦਾ ਹੈ ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈਏ ਨਾਰੀ। ਕਹਿੰਦਾ ਇਹ ਕਾਇਆ ਤੇਰਾ ਕਿੰਨਾ ਕੁ ਮੁੱਲ ਹੈ, ਜਦੋਂ ਹੰਸ ਜਿਹੜਾ ਇਹ ਜੀਵ ਤੇਰੇ ਵਿੱਚੋਂ ਨਿਕਲ ਜਾਂਦਾ ਹੈ ਨਾ ਤੂੰ ਪਿੱਛੇ ਰਹੀ ਹੈ, ਤੈਨੂੰ ਸਾਰੇ ਪਿੱਛੇ ਰਹਿ ਜਾਂਦੇ ਨੇ, ਤੈਨੂੰ ਸਾਰੇ ਪਿੱਛੇ ਹੀ ਛੱਡ ਦਿੰਦੇ ਨੇ। ਕਿਵੇਂ ਛੱਡਦੇ? ਮਹਾਰਾਜ ਕਹਿੰਦੇ ਛੁੱਟੜ ਹੋਈ ਹੈ ਨਾਰੀ। ਜਿਵੇਂ ਸਾਧ ਸੰਗਤ ਜੀ ਇੱਕ ਪਤੀ ਆਪਣੀ ਘਰਵਾਲੀ ਨੂੰ ਛੱਡ ਦਿੰਦਾ ਹੈ ਨਾ, ਉਹਨੂੰ ਫਿਰ ਛੁੱਟੜ ਇਸਤਰੀ ਕਹਿੰਦੇ ਨੇ। ਇਸ ਤਰ੍ਹਾਂ ਇਹ ਕਾਇਆ ਤੂੰ ਛੁੱਟੜ ਬਣ ਜਾਵੇਂਗੀ, ਇਹ ਕੱਲੀ ਰਹਿ ਜਾਵੇਂਗੀ। ਤੂੰ ਕਾਇਆ ਰਹੀ ਹੈ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਹਿਣ ਲੱਗਾ ਜੀਵ ਤੂੰ ਕਾਇਆ ਰਹੀ ਹੈ ਸੁਪਨੰਤਰ, ਸੰਸਾਰ ਦੇ ਸੁੱਖਾਂ ਦੇ ਵਿੱਚ ਤੂੰ ਬੜੀਆਂ ਆਨੰਦ ਮਾਣ ਲਈਆਂ ਰਸਾਂ ਦੇ ਵਿੱਚ, ਪਰ ਅੱਗੇ ਫਿਰ ਇਹ ਕਾਇਆ ਕਹਿੰਦੀ ਤੁਧ ਕਿਆ ਕਰਮ ਕਮਾਇਆ, ਕਿ ਹੇ ਜੀਵ ਤੂੰ ਕਿਹੜਾ ਕੋਈ ਭਲਾ ਕਰਮ ਕੀਤਾ ਹੈ, ਮੈਨੂੰ ਕਦੀ ਸੰਗਤ ਦੇ ਵਿੱਚ ਲੈ ਕਰਕੇ ਗਿਆ ਹੈ, ਮੇਰੀ ਰਸਨਾ ਦੇ ਰਾਹੀਂ ਕਦੇ ਨਾਮ ਨੂੰ ਜਪਿਆ ਹੈ, ਇਹਨਾਂ ਕੰਨਾਂ ਦੇ ਰਾਹੀਂ ਕਿਤੇ ਗੁਰਬਾਣੀ ਨੂੰ ਕੀਰਤਨ ਨੂੰ ਵਿਚਾਰਾਂ ਨੂੰ ਸਰਵਣ ਕੀਤਾ ਹੈ, ਤੁਧ ਕਿਆ ਕਰਮ ਕਮਾਇਆ, ਤੂੰ ਕਿਹੜਾ ਬੜਾ ਸੋਹਣਾ ਕਰਮ ਕੀਤਾ ਹੈ। ਇਹ ਜੀਵ ਇਹ ਜਿਹੜੀ ਕਾਇਆ ਕਹਿ ਰਹੀ ਹੈ ਕਿ ਤੁਧ ਕਿਆ ਕਰਮ ਕਮਾਇਆ, ਤੂੰ ਵੀ ਕੋਈ ਭਲਾ ਕਰਮ ਜਿਹੜਾ ਹੈ ਉਹ ਨਹੀਂ ਕੀਤਾ। ਕਰ ਚੋਰੀ ਮੈਂ ਜਾ ਕਿਛ ਲੀਆ, ਤਾ ਮਨ ਭਲਾ ਭਾਇਆ। ਤੇ ਕਾਇਆ ਕਹਿੰਦੀ ਹੈ ਜਦੋਂ ਮੈਂ ਚੋਰੀ ਕਰਕੇ ਲਿਆਈ, ਧਨ ਚੁਰਾ ਕਰਕੇ, ਮਾਲ ਅਸਵਾਬ ਚੁਰਾ ਕਰਕੇ ਜਦੋਂ ਲੈ ਕਰਕੇ ਆਈ, ਫਿਰ ਤੂੰ ਮੈਨੂੰ ਡੱਕਿਆ ਕਿਉਂ ਨਾ, ਤੂੰ ਮੈਨੂੰ ਵਰਜਿਆ ਕਿਉਂ ਨਾ, ਕਿ ਇਹ ਕਾਇਆ ਤੂੰ ਕੀ ਕਰ ਰਹੀ ਹੈ ਆਪਣੇ ਹੱਥਾਂ ਦੇ ਨਾਲ। ਸਾਧ ਸੰਗਤ ਜੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤਦਾਰਾ ਪੈ ਆਣ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੇ। ਇਹ ਤੂੰ ਆਪਣੇ ਧੀਆਂ ਪੁੱਤਰਾਂ ਦੇ ਰਾਹੀਂ ਚੋਰੀਆਂ ਠਗੀਆਂ ਕਰਕੇ ਜਿਹੜਾ ਧਨ ਲੈ ਕਰਕੇ ਆਉਣਾ ਨਾ, ਪਦਾਰਥ ਲੈ ਕਰਕੇ ਆਉਣਾ, ਇਹਨਾਂ ਦਾ ਤੈਨੂੰ ਹਿਸਾਬ ਦੇਣਾ ਪਵੇਗਾ, ਲੇਖਾ ਜੋਖਾ ਜਿਹੜਾ ਹੈ ਉਹ ਦੇਣਾ ਪਵੇਗਾ। ਇਸ ਕਰਕੇ ਇਹ ਕਾਇਆ ਕਹਿੰਦੀ ਹੈ ਜੀਵ ਤੂੰ ਜਿਹੜਾ ਮੈਨੂੰ ਵਰਜਿਆ ਕਿਉਂ ਨਾ, ਤੂੰ ਮੈਨੂੰ ਡੱਕਿਆ ਕਿਉਂ ਨਾ, ਤੂੰ ਤੇ ਆਪਣੇ ਮਨ ਦੇ ਵਿੱਚ ਬੜਾ ਭਲਾ ਪਾਇਆ ਹੈ, ਤੂੰ ਇਹ ਸਮਝਿਆ ਤੂੰ ਨਾਲ ਹੀ ਸਾਧ ਸੰਗਤ ਜੀ ਆਨੰਦ ਮਾਣੇ ਨੇ ਨਾ, ਕਾਇਆ ਨੇ ਵੀ ਜੀਵ ਨੇ ਵੀ ਇਹ ਇਕੱਠਿਆਂ ਨੇ ਹੀ ਇਹ ਕਰਮ ਕੀਤਾ ਹੈ। ਤਾਂ ਇਹ ਕਾਇਆ ਕਹਿੰਦੀ ਹੈ ਤੁਧ ਕਿਆ ਕਰਮ ਕਮਾਇਆ, ਤਾਂ ਮਨ ਭਲਾ ਪਾਇਆ। ਤੂੰ ਇਹ ਭਲਾ ਹੀ ਕਿਹਾ ਹੈ, ਚੰਗਾ ਹੀ ਕੀਤਾ ਹੈ, ਤੂੰ ਧਨ ਚੁਰਾ ਕਰਕੇ ਲਿਆਇਆ, ਤੇਰੇ ਮਨ ਨੂੰ ਬੜਾ ਭਲਾ ਲੱਗਾ ਹੈ। ਪਰ ਮਹਾਰਾਜ ਅੱਗੇ ਕਹਿੰਦੇ ਹਲਤ ਨਾ ਸੋਭਾ ਪਲਤ ਨਾ ਢੋਈ, ਅਹਲਾ ਜਨਮ ਗਵਾਇਆ। ਤੇ ਇਹ ਜੀਵ ਜਿਹੜਾ ਹੈ ਨਾ, ਇਹ ਕਾਇਆ ਆਪਣੀ ਇਸਤਰੀ ਨੂੰ ਕਹਿੰਦਾ ਹੈ ਹਲਤ ਨਾ ਸੋਭਾ, ਕਹਿੰਦਾ ਸੰਸਾਰ ਦੇ ਵਿੱਚ ਤੈਨੂੰ ਸੋਭਾ ਨਹੀਂ ਮਿਲਣੀ। ਸਾਧ ਸੰਗਤ ਕਾਇਆ ਦੀ ਤੇ ਗੱਲ ਇਤਨੀ ਕੁ ਹੈ ਕਿ ਜਦੋਂ ਜੀਵ ਹੰਸ ਜਿਹੜਾ ਹੈ ਉਹ ਕਾਇਆ ਦੇ ਵਿੱਚੋਂ ਨਿਕਲ ਗਿਆ, ਇਹਨੇ ਇੱਥੇ ਮਿੱਟੀ ਦੀ ਢੇਰੀ ਬਣ ਜਾਣਾ ਹੈ, ਸਵਾਹ ਹੋ ਜਾਣਾ ਹੈ, ਇਹਨੂੰ ਇੱਥੇ ਹੀ ਦਫਨਾ ਦੇਣਾ ਹੈ, ਇਹਦਾ ਤੇ ਇੱਥੇ ਹੀ ਸਾਧ ਸੰਗਤ ਜੀ ਲੇਖਾ ਜੋਖਾ ਹੋ ਗਿਆ, ਇਹ ਤੇ ਇੱਥੇ ਹੀ ਸੜ ਮੁੱਕ ਗਈ। ਪਰ ਅੱਗੇ ਕਾਇਆ ਜੀਵ ਨੂੰ ਕਹਿੰਦੀ ਪਲਤ ਨਾ ਢੋਈ, ਕਹਿੰਦੀ ਫਿਰ ਤੈਨੂੰ ਵੀ ਪ੍ਰਲੋਕ ਦੇ ਵਿੱਚ ਕੋਈ ਢੋਈ ਨਹੀਂ ਮਿਲਣੀ, ਜੇ ਇਸੇ ਪ੍ਰਕਾਰ ਹੀ ਕਰਮ ਕਰੇਗਾ ਨਾ, ਮੇਰੀ ਤੇ ਇੱਥੇ ਹੀ ਬੰਦ ਖਲਾਸੀ ਹੋ ਜਾਵੇਗੀ, ਪਰ ਤੈਨੂੰ ਪਲਤ ਨਾ ਢੋਈ। ਸੰਸਾਰ ਦੇ ਅੰਦਰ ਤੇ ਕੀ, ਪਰਲੋਕ ਦੇ ਅੰਦਰ ਕੀ, ਤੈਨੂੰ ਕਿਤੇ ਵੀ ਢੋਈ ਜਿਹੜੀ ਹੈ ਨਾ ਉਹ ਮਿਲਣੀ ਨਹੀਂ।
ਤੇ ਇਹਲਾ ਜਨਮ ਗਵਾਇਆ। ਇਹ ਜਿਹੜਾ ਦੁਰਲੱਭ ਜਨਮ ਹੈ, ਕੀਮਤੀ ਜਨਮ ਹੈ, ਜਿਹੜਾ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਹੈ ਨਾ, ਉਹਨੂੰ ਤੂੰ ਗਵਾ ਜਾਏਗਾ ਇਸ ਸੰਸਾਰ ਦੇ ਉੱਪਰੋਂ। ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੈ ਕੋਈ। ਹੁਣ ਸਾਧ ਸੰਗਤ ਜੀ, ਇਹ ਕਾਇਆ ਜਿਹੜੀ ਹੈ ਨਾ, ਕਹਿੰਦੀ ਕਿ ਮੈਂ ਹੰਸ ਤੋਂ ਵਿਛੜ ਕਰਕੇ ਬੜੀ ਦੁਖੀ ਹੋਈ ਆ, ਇਹ ਜੀਵ ਤੋਂ ਵਿਛੜ ਕਰਕੇ ਮੈਂ ਬੜੀ ਦੁਖੀ ਹੋਈ ਆ, ਪਲਤ ਨਾ ਢੋਈ। ਖਾਉ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੇ ਕੋਈ। ਸਾਧ ਸੰਗਤ ਜੀ, ਬਾਬਾ ਸਤਿਕਾਰਯੋਗ ਸ਼ਬਦ ਹੈ। ਬਾਬਾ ਨਾਨਕ ਤੁਸੀਂ ਸਭ ਤੋਂ ਵੱਡੇ ਹੋ, ਇਹ ਅਰਦਾਸ ਮੇਰੀ ਬਾਤ ਨਾ ਪੁੱਛਿਆ ਕੋਈ। ਹੁਣ ਮੇਰੀ ਕੋਈ ਵੀ ਬਾਤ ਨਹੀਂ ਪੁੱਛਦਾ, ਮੈਨੂੰ ਕੋਈ ਵੀ ਸੁਣਦਾ ਨਹੀਂ, ਮੈਂ ਸੰਸਾਰ ਦੇ ਵਿੱਚ ਬੜੀ ਦੁਖੀ ਹੋ ਰਹੀ ਹਾਂ। ਰਹਾਓ ਅੱਗੇ ਠਹਿਰਾਓ ਦੇ ਕਰਕੇ। ਇਹਨਾਂ ਦੇ ਸੰਵਾਦ ਤੋਂ ਬਾਅਦ ਸਾਧ ਸੰਗਤ ਜੀ, ਹੁਣ ਗੁਰੂ ਸਾਹਿਬ ਜੀ ਆਪਣਾ ਸਾਂਝਾ ਉਪਦੇਸ਼ ਜਿਹੜਾ ਹੈ ਨਾ, ਤੜ ਸਤੀ ਰੂਪ ਹੋ ਕਰਕੇ ਇਹਨਾਂ ਦੋਹਾਂ ਨੂੰ ਦੇਣਾ ਕਰਨਗੇ। ਮਹਾਰਾਜ ਜੀ ਇਹਨਾਂ ਦੋਹਾਂ ਨੂੰ ਉਪਦੇਸ਼ ਦੇਣਗੇ ਕਿ ਕਾਇਆ ਨੂੰ ਵੀ ਤੇ ਜੀਵ ਨੂੰ ਕੀ, ਕਿ ਤੁਸੀਂ ਕਿਹੜੇ ਕਰਮ ਕਮਾਏ ਨੇ। ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ। ਮਹਾਰਾਜ ਕਹਿੰਦੇ ਤਾਜੀ ਤੁਰਕੀ, ਤੁਰਕਾਨ ਦੇਸ਼ ਦੇ ਸਾਧ ਸੰਗਤ ਜਿਹੜੇ ਘੋੜੇ ਨੇ, ਸੋਇਨਾ ਜਿਹੜਾ ਲੋਕ ਪਹਿਰਦੇ ਨੇ ਆਪਣੀ ਸਜਾਵਟ ਦੇ ਵਾਸਤੇ ਸੋਨਾ, ਰੂਪਾ ਚਾਂਦੀ, ਤੇ ਕੱਪੜ ਕੇਰੇ ਭਾਰਾ, ਜਿਨ੍ਹਾਂ ਨੇ ਬੜੀਆਂ ਬੜੀਆਂ ਪੋਸ਼ਾਕਾਂ ਸਾਧ ਸੰਗਤ ਜੀ ਆਪਣੇ ਤਨ ਨੂੰ ਢੱਕਣ ਦੇ ਵਾਸਤੇ ਬੜੇ ਬੜੇ ਭਾਰ ਕੱਪੜਿਆਂ ਦੇ ਜਿਹੜੇ ਨਾਲ ਲੈ ਕਰਕੇ ਚੱਲਦੇ, ਕਿਤੇ ਯਾਤਰਾ ਤੇ ਜਾਣਾ ਹੋਵੇ ਤਾਂ ਉਹਨਾਂ ਕੱਪੜਿਆਂ ਦੇ ਭਾਰ ਜਿਹੜੇ ਲੈ ਕਰਕੇ ਚੱਲਦੇ ਨੇ। ਪਰ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖੀ, ਭਾਵੇਂ ਤੁਰਕਾਨ ਦੇਸ਼ ਦੇ ਘੋੜੇ ਹੋਣ, ਭਾਵੇਂ ਇਹ ਸੋਨਾ ਹੈ ਨਾ, ਚਾਂਦੀ ਹੈ, ਇਹ ਕਿਸੇ ਦੇ ਨਾਲ ਨਹੀਂ ਗਿਆ। ਕੱਪੜ ਕੇਰੇ ਭਾਰਾ, ਮਹਾਰਾਜ ਕਹਿੰਦੇ ਵੱਡੇ ਵੱਡੇ ਕੱਪੜਿਆਂ ਦੇ ਭਾਰ ਜਿਹੜੇ ਲੱਦ ਹਨ, ਕਿਸ ਹੀ ਨਾਲ ਨਾ ਚੱਲੇ ਨਾਨਕ, ਝਾੜ ਝੜ ਪਏ ਗਵਾਰਾ। ਸਾਧ ਸੰਗਤ ਮਹਾਰਾਜ ਕਹਿੰਦੇ ਦੱਸੋ ਕਿਸੇ ਦੇ ਨਾਲ ਸੋਨਾ ਪਰਲੋਕ ਦੇ ਅੰਦਰ ਗਿਆ ਹੈ? ਦੱਸੋ ਕੋਈ ਤਾਜੀ ਜਿਹੜੇ ਇਹ ਤੁਰਕ ਦੇਸ਼ ਦੇ ਘੋੜੇ ਨੇ, ਉਹਨਾਂ ਦੀ ਸਵਾਰੀ ਕਰਕੇ ਕੋਈ ਪਰਲੋਕ ਦੇ ਅੰਦਰ ਗਿਆ ਹੋਵੇ, ਘੋੜੇ ਨਾਲ ਲੈ ਕਰਕੇ ਗਿਆ ਹੋਵੇ? ਸਾਧ ਸੰਗਤ ਕਦਾਚਿਤ ਨਹੀਂ। ਮਹਾਰਾਜ ਕਹਿੰਦੇ ਕਿਸੇ ਨਾਲ ਵੀ ਇਹ ਚੱਲੇ ਨਹੀਂ, ਨਾਨਕ ਝੜ ਝੜ ਪਏ ਗਵਾਰਾ। ਸਾਧ ਸੰਗਤ ਜੀ, ਗਵਾਰ ਜਿਹੜੇ ਮੂਰਖ ਲੋਕ, ਬੇਸਮਝ ਲੋਕ ਨੇ ਨਾ, ਉਹ ਇਹਨਾਂ ਰਸਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ ਝੜ ਝੜ ਕਰਕੇ ਭਾਵ ਡਿੱਗ ਡਿੱਗ ਪੈਂਦੇ ਨੇ, ਪਰ ਉਹ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ। ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਮਹਾਰਾਜ ਕਹਿੰਦੇ ਕੂਜਾ, ਸਾਧ ਸੰਗਤ ਜਿਹੜੀ ਦਾਣੇਦਾਰ ਮਿਸ਼ਰੀ ਹੁੰਦੀ ਹੈ ਨਾ, ਜਿਵੇਂ ਪੰਸਾਰੀ ਦੀ ਦੁਕਾਨ ਦੇ ਉੱਪਰ ਜਾ ਕਰਕੇ ਕੋਈ ਕਵੇ ਨਾ ਕੂਜਾ ਮਿਸ਼ਰੀ ਦੇ ਦਿਓ, ਤੇ ਉਹ ਆਪ ਹੀ ਸਾਧ ਸੰਗਤ ਜੀ ਕੱਢ ਕਰਕੇ ਦੇ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਕੂਜਾ, ਸਾਧ ਸੰਗਤ ਜੀ ਕੂ ਭਾਵ ਪ੍ਰਿਥਵੀ, ਜਾ ਪ੍ਰਿਥਵੀ ਤੇ ਉੱਗਣ ਵਾਲੇ ਜਿਵੇਂ ਮੇਵੇ ਆਦਿਕ ਹੋ ਗਏ, ਬਦਾਮ ਆਦਿਕ ਹੋ ਗਏ। ਕੂਜਾ ਮੇਵਾ ਮੈਂ ਸਭ ਕੁਛ ਚਾਖਿਆ। ਮਹਾਰਾਜ ਕਹਿੰਦੇ ਅਸੀਂ ਇਹ ਸਾਰਾ ਕੁਝ ਚੱਕ ਕਰਕੇ ਦੇਖ ਲਿਆ, ਮੇਵੇ ਦੇ ਅੰਦਰ ਕਿਤਨੀ ਮਿਠਾਸ ਹੈ ਇਹਨੂੰ ਚੱਕ ਕਰਕੇ ਦੇਖਿਆ ਹੈ, ਪਰ ਸਤਿਗੁਰੂ ਕਹਿੰਦੇ ਇੱਕ ਅੰਮ੍ਰਿਤ ਨਾਮ ਤੁਮਾਰਾ, ਐਸਾ ਤੁਹਾਡਾ ਅੰਮ੍ਰਿਤ ਮਿੱਠਾ ਨਾਮ ਹੈ ਜਿਹਦੀ ਸਾਧ ਸੰਗਤ ਜੀ ਬਰਾਬਰੀ ਇਹ ਮਿੱਠੇ ਪਦਾਰਥ ਨਹੀਂ ਕਰ ਸਕਦੇ। ਸਾਧ ਸੰਗਤ ਜੀ ਜਿਵੇਂ ਭਗਤ ਫਰੀਦ ਜੀ ਕਹਿੰਦੇ ਨਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰ ਇਹ ਸਾਰੀਆਂ ਵਸਤੂਆਂ ਮਿੱਠੀਆਂ ਤੇ ਹੈਨ, ਪਰ ਪਰਮਾਤਮਾ ਵਾਹਿਗੁਰੂ ਜੀਆਂ ਦੇ ਨਾਮ ਦੇ ਤੱਕ ਬਰਾਬਰੀ ਨਹੀਂ ਕਰ ਸਕਦੀਆਂ। ਓਨੀ ਮਿਠਾਸ ਇਹਨਾਂ ਵਿੱਚ ਨਹੀਂ, ਕਿਉਂਕਿ ਇਹਨਾਂ ਦੀ ਮਿਠਾਸ ਇੱਕ ਛਿਨ ਦੇ ਵਾਸਤੇ ਜੀਭਾ ਤੋਂ ਥੱਲੇ ਪੇਟ ਦੇ ਵਿੱਚ ਜਦੋਂ ਵਸਤੂ ਚਲੀ ਜਾਵੇ ਮਿਠਾਸ ਖਤਮ ਹੋ ਜਾਂਦੀ ਹੈ। ਪਰ ਪਰਮਾਤਮਾ ਵਾਹਿਗੁਰੂ ਜੀਆਂ ਦੇ ਨਾਮ ਦੀ ਮਿਠਾਸ ਐਸੀ ਹੈ ਜਦੋਂ ਜੀਵ ਇੱਕ ਵਾਰ ਚੱਖ ਲਵੇ ਕਦੇ ਵਾਸਤੇ ਖਤਮ ਹੀ ਨਹੀਂ ਹੁੰਦੀ। ਸਾਧ ਸੰਗਤ ਜੀ ਇਹ ਤੇ ਉਹਨੂੰ ਹੀ ਪਤਾ ਹੈ ਨਾ ਜਿਹਨੇ ਚੱਖਿਆ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਦੱਸ ਤੇ ਉਹੀ ਸਕਦਾ ਹੈ ਜਿਨੇ ਇਸ ਗੁੜ ਨੂੰ ਚੱਖਿਆ ਹੈ।
ਜਿਨੇ ਇਸ ਗੁੜ ਨੂੰ ਖਾਧਾ ਹੈ ਉਹਨੂੰ ਉਸ ਦੇ ਸਵਾਦ ਦਾ ਫਿਰ ਪਤਾ ਨਹੀਂ ਚੱਲਦਾ ਕਿ ਕਿਤਨਾ ਕੋ ਜ਼ਿਆਦਾ ਹੈ। ਉਹ ਉਹਦਾ ਦੱਸ ਹੀ ਨਹੀਂ ਸਕਦਾ ਕਿ ਇਹ ਕਿਸ ਦੇ ਤੁੱਲ ਹੈ। ਪੁੱਛੇ ਤੇ ਕਿਆ ਕਹੀਏ, ਉਹ ਦੱਸ ਨਹੀਂ ਸਕਦਾ, ਪਰ ਉਹਨੂੰ ਪਤਾ ਹੈ, ਉਹਨੇ ਚੱਖਿਆ ਹੈ। ਇਤਨਾ ਵੱਡਾ ਅੰਮ੍ਰਿਤ ਨਾਮ ਖਜ਼ਾਨਾ ਜਿਹੜਾ ਇਸ ਦੇ ਵਿੱਚ ਮਿਠਾਸ ਹੈ, ਜਿਹੜੀਆਂ ਹੋਰਨਾਂ ਪਦਾਰਥਾਂ ਦੇ ਵਿੱਚ ਇਹ ਸਾਨੂੰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਦੇ ਨੀਵ ਦੀਵਾਲ ਉਸਾਰੀ, ਭਸ ਮੰਦਰ ਕੀ ਢੇਰੀ। ਸਾਧ ਸੰਗਤ ਜੀ, ਜੀਵ ਨੇ ਕੀ ਕੀਤਾ ਹੈ? ਦੇ ਨੀਵ ਖੁਦਾਈ ਕਰ ਕਰਕੇ, ਪੁੱਟ ਕਰਕੇ ਦੀਵਾਲ ਉਸਾਰੀ। ਬੜੀਆਂ ਵੱਡੀਆਂ ਕੰਧਾਂ ਜਿਹੜੀਆਂ ਨੇ ਉਹ ਖੜੀਆਂ ਕੀਤੀਆਂ, ਭਸ ਮੰਦਰ ਕੀ ਢੇਰੀ। ਪਰ ਅੰਤ ਦੇ ਵਿੱਚ ਸਾਧ ਸੰਗਤ ਜੀ ਇਹ ਭਸ ਮੰਦਰ ਦੀ ਢੇਰੀ ਇੱਕ ਸਵਾਦ ਦੀ ਢੇਰੀ ਜਿਹੜੀ ਬਣ ਜਾਂਦੀ ਹੈ। ਜਿਵੇਂ ਮਹਾਰਾਜ ਕਹਿੰਦੇ ਨਾ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ। ਬੜੀ ਗਹਿਰੀ ਨੀਂਹ ਪੁੱਟੀ, ਪਰ ਉਹ ਅੰਤ ਦੇ ਵਿੱਚ ਭਸ ਮੰਦਰ ਦੀ ਢੇਰੀ ਬਣ ਗਈ। ਸਾਧ ਸੰਗਤ ਅਥਵਾ ਮਹਾਰਾਜ ਕਹਿੰਦੇ ਕਿ ਇਹ ਜੀਵ ਜਿਹੜਾ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਂ ਦੀ ਰਕਤ ਤੋਂ, ਪਿਤਾ ਦੀ ਧਾਰਾ ਤੋਂ ਪ੍ਰਾਪਤ ਹੋਇਆ। ਇਹ ਜਿਹੜੀ ਨੀਂਵ ਰੱਖੀ, ਫਿਰ ਇਹ ਕੰਧ ਜਿਹੜੀ ਉਸਰ ਗਈ, ਪਰ ਅੰਤ ਦੇ ਵਿੱਚ, ਅਖੀਰ ਦੇ ਵਿੱਚ ਇਹ ਇੱਕ ਸਵਾਦ ਦੀ ਢੇਰੀ, ਖਾਕ ਦੀ ਢੇਰੀ ਹੋ ਜਾਵੇਗੀ। ਸੰਚੇ ਸੰਚ ਨ ਦੇਈ ਕਿਸਹੀ, ਅੰਧ ਜਾਣੇ ਸਭ ਮੇਰੀ। ਪਰ ਇਹ ਅਣਜਾਣ ਜੀਵ ਕੀ ਕਰਦਾ ਹੈ ਕਿ ਸੰਸਾਰ ਦੇ ਵਿੱਚ ਮਾਇਆ ਦੇ ਨਾਲ ਘਨੇਰਾ ਹੀ ਪਿਆਰ ਪਾ ਕਰਕੇ, ਪ੍ਰੀਤ ਕਰਕੇ, ਮਾਇਆ ਨੂੰ ਕਮਾ ਕਰਕੇ ਸੰਚੇ ਸੰਚ ਨਾ ਦੇ ਕਿਸਹੀ। ਜਿਤਨੀ ਮਰਜ਼ੀ ਜੀਵ ਕੋਲ ਮਾਇਆ ਹੋਵੇ, ਉਹਦਾ ਉਹ ਭੇਤ ਜਿਹੜਾ ਹੈ ਨਾ ਕਿਸੇ ਨੂੰ ਦਿੰਦਾ ਨਹੀਂ। ਜੇਕਰ ਕੋਈ ਲੋੜਵੰਦ ਆ ਜਾਵੇ, ਜੇਕਰ ਗੁਰੂ ਘਰ ਦੇ ਅੰਦਰ ਸਾਧ ਸੰਗਤ ਦਸਵੰਧ ਕੱਢਣ ਦੀ ਗੱਲ ਆ ਜਾਵੇ, ਇਹ ਜੀਵ ਜਿਹੜਾ ਮਾਇਆ ਨੂੰ ਲੁਕਾ ਕਰਕੇ ਰੱਖਦਾ ਹੈ ਨਹੀਂ ਹੈ, ਕੁਝ ਨਹੀਂ ਹੈ, ਮੈਂ ਲੁੱਟਿਆ ਗਿਆ, ਮਾਰਿਆ ਗਿਆ, ਮੇਰਾ ਤੇ ਆਪ ਗੁਜ਼ਾਰਾ ਜਿਹੜਾ ਹੈ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ। ਇਹ ਜੀਵ ਦਾ ਸੁਭਾਅ ਵੀ ਬਣ ਚੁੱਕਿਆ ਹੈ ਕਿ ਮਾਇਆ ਦੇ ਨਾਲ ਇਤਨਾ ਪ੍ਰੇਮ ਲੱਗ ਚੁੱਕਾ ਹੈ। ਤੇ ਸਾਧ ਸੰਗਤ ਜਿਨ੍ਹਾਂ ਕੋਲ ਮਾਇਆ ਨਹੀਂ, ਉਹ ਇਸ ਦੁੱਖ ਦੇ ਵਿੱਚ ਨੇ ਕਿ ਸਾਡੇ ਕੋਲ ਮਾਇਆ ਨਹੀਂ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪ੍ਰਮੰਤਾ। ਮਹਾਰਾਜ ਕਹਿੰਦੇ ਜਿਹਦੇ ਕੋਲ ਤੇ ਮਾਇਆ ਜ਼ਿਆਦੀ ਹੈ, ਉਹ ਇਸ ਚਿੰਤਾ ਦੇ ਵਿੱਚ ਡੁੱਬਾ ਹੈ, ਕਿਤੇ ਸੜ ਨਾ ਜਾਵੇ, ਖਰਾਬ ਨਾ ਹੋ ਜਾਵੇ, ਕਿਤੇ ਗਵਾਚ ਨਾ ਜਾਵੇ, ਉਹਨੂੰ ਤੇ ਇਹ ਚਿੰਤਾ ਹੈ। ਤੇ ਜਿਹਦੇ ਕੋਲ ਮਾਇਆ ਹੈ ਨਹੀਂ, ਉਹਨੂੰ ਕਮਾਉਣ ਦੀ ਚਿੰਤਾ ਹੈ। ਮਾਇਆ ਮੇਰੇ ਪਾਸ ਆਵੇ ਕਿਵੇਂ, ਮੈਂ ਇਹਨੂੰ ਇਕੱਤਰ ਕਿਵੇਂ ਕਰਾਂ। ਪਰ ਮਹਾਰਾਜ ਕਹਿੰਦੇ ਦੁਹੂ ਬਵਸਥਾ ਤੇਜੋ ਮੁਕਤਾ, ਸੋ ਸੁਹੇਲਾ ਭਾਲੀਐ। ਇਹਨਾਂ ਦੋਨਾਂ ਤੋਂ ਅਵਸਥਾਵਾਂ ਤੋਂ ਜਿਹੜਾ ਨਿਰਲੇਪ ਉਹ ਸੁਹੇਲਾ ਹੈ। ਸੰਚੇ ਸੰਚ ਨ ਦੇਈ ਕਿਸਹੀ, ਅੰਧ ਜਾਣੈ ਸਭ ਮੇਰੀ। ਇਹ ਅੰਧਾ ਮਾਇਆ ਦੇ ਵਿੱਚ ਇਹੀ ਸੋਚਦਾ ਹੈ ਕਿ ਇਹ ਸਾਰੀ ਮੇਰੀ ਹੈ, ਪਰ ਕੁਝ ਵੀ ਨਾਲ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇਹ ਤੂੰ ਚਾਰ ਛਿਲੜਾਂ ਦੇ ਉੱਪਰ ਗੁਮਾਨ ਕਰਦਾ ਹੈ ਨਾ, ਲੈ ਫਿਰ ਸੁਣ। ਸੋਏ ਨ ਲੰਕਾ ਸੋਏ ਨ ਮਾੜੀ, ਸੰਪੈ ਕਿਸੈ ਨਾ ਕੇਰੀ। ਸਾਧ ਸੰਗਤ ਜੀ, ਜੀਵ ਕੋਲ ਤੇ ਥੋੜੀ ਕੁ ਮਾਇਆ, ਉਹਦਾ ਹੀ ਗੁਮਾਨ ਕਰੀ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਦੇਖ, ਰਾਵਣ ਦੀ ਲੰਕਾ ਜਿਹੜੀ ਹੈ ਨਾ, ਉਹ ਸੋਨੇ ਦੀ ਲੰਕਾ ਸੀ। ਸੋਏ ਨ ਮਾੜੀ, ਜਿਹੜੀਆਂ ਉਸ ਲੰਕਾ ਦੀਆਂ ਕੰਧਾਂ ਸਨ ਨਾ ਸਾਧ ਸੰਗਤ, ਉਹਨਾਂ ਉੱਪਰ ਵੀ ਰਾਵਣ ਨੇ ਜਿਹੜਾ ਸੋਨਾ ਜੜਿਆ ਹੋਇਆ ਸੀ, ਉਹਨਾਂ ਕੰਧਾਂ ਨੂੰ ਸੋਨਾ ਲੱਗਾ ਹੋਇਆ ਸੀ ਉਸ ਦੇ ਰਾਜ ਦੇ ਅੰਦਰ। ਪਰ ਮਹਾਰਾਜ ਕਹਿੰਦੇ ਸੰਪੈ ਕਿਸੇ ਨਾ ਕੇਰੀ, ਪਰ ਕਿਸੇ ਦੇ ਨਾਲ ਨਹੀਂ ਚੱਲੀ। ਸਾਧ ਸੰਗਤ ਜੀ, ਬ੍ਰਾਹਮਣਾਂ ਦੇ ਅੰਦਰ ਰਿਵਾਜ ਹੈ, ਜਦੋਂ ਮਨੁੱਖ ਜਿਹੜਾ ਸਰੀਰ ਛੱਡਦਾ ਹੈ ਨਾ, ਉਹ ਬੜਾ ਸੋਨੇ ਨੂੰ ਪਵਿੱਤਰ ਮੰਨਦੇ ਨੇ, ਔਰ ਉਸ ਸੋਨੇ ਨੂੰ ਪਵਿੱਤਰ ਜਾਣ ਕਰਕੇ ਸਾਧ ਸੰਗਤ ਜੀ ਸੋਨਾ ਜਿਹੜਾ ਮੁੱਖ ਦੇ ਵਿੱਚ ਪਾਉਂਦੇ ਨੇ ਅੰਤ ਵੇਲੇ। ਪਰ ਸਾਧ ਸੰਗਤ ਜਦੋਂ ਰਾਵਣ ਜਿਹੜਾ ਚੜ੍ਹਾਈ ਕੀਤਾ ਨਾ, ਤੇ ਮਦੋਦਰੀ ਜੀ ਸੋਨਾ ਲੈਣ ਵਾਸਤੇ ਆਏ ਕ੍ਰਿਸ਼ਨ ਜੀ ਪਾਸ, ਪਰ ਕ੍ਰਿਸ਼ਨ ਜੀ ਕਹਿਣ ਲੱਗੇ ਅਸੀਂ ਤਾਂ ਰਾਜ ਜਿਹੜਾ ਉਹ ਭਪੀਖਣ ਨੂੰ ਦੇ ਦਿੱਤਾ। ਜਦੋਂ ਇਹ ਗੱਲ ਸੁਣੀ, ਹੁਣ ਭਪੀਖਣ ਜੀ ਜਿਹੜੇ ਉਹ ਸ਼ਰੀਕ ਸਨ, ਤੇ ਉਹਨਾਂ ਨੇ ਸ਼ਰੀਕ ਜਾਣ ਕਰਕੇ ਉਹਨਾਂ ਤੋਂ ਸੋਨਾ ਮੰਗਿਆ ਨਾ, ਤੇ ਅਖੀਰ ਦੇ ਵਿੱਚ ਜਿਹਦਾ ਸੋਨੇ ਦੀ ਮਾੜੀ ਸੀ, ਸੋਨੇ ਦੀ ਲੰਕਾ ਸੀ, ਉਹਨੂੰ ਵੀ ਜਿਹੜਾ ਸਾਧ ਸੰਗਤ ਜੀ ਸੋਨਾ ਨਸੀਬ ਨਾ ਹੋਇਆ। ਮਹਾਰਾਜ ਕਹਿੰਦੇ ਉਹਨੂੰ ਵੀ ਸੋਨਾ ਜਿਹੜਾ ਹੈ ਅਖੀਰ ਦੇ ਵਿੱਚ ਪ੍ਰਾਪਤ ਨਾ ਹੋਇਆ। ਲੰਕਾ ਗੜ ਸੋਨੇ ਕਾ ਭਇਆ,
ਮੂਰਖ ਰਾਵਣ ਕਿਆ ਲੈ ਗਿਆ, ਕੁਝ ਵੀ ਨਾਲ ਜਿਹੜਾ ਨਹੀਂ ਗਿਆ, ਖਾਲੀ ਹੱਥੀ ਉਹਨੇ ਵੀ ਜਾਣਾ ਕੀਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਪੈ ਕਿਸੇ ਨਾ ਕੇਰੀ, ਇਹ ਜਾਇਦਾਦ ਧਨ ਪਦਾਰਥ ਇਹ ਮਾਇਆ ਜਿਹੜੀ ਹੈ ਅਖੀਰ ਦੇ ਵਿੱਚ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੁੰਦੀ। ਸੁਣ ਮੂਰਖ ਮਨ ਅਜਾਣਾ, ਹੇ ਮੇਰੇ ਮੂਰਖ ਮਨ, ਅਣਜਾਣ ਮਾਸ ਬੇਸਮਝ ਅਗਿਆਨੀ ਮਨ, ਇਹ ਸਮਝ ਹੋਗ ਤਿਸੇ ਕਾ ਭਾਣਾ, ਜੋ ਕੁਝ ਹੁੰਦਾ ਆਇਆ ਹੈ ਹੁੰਦਾ ਹੋਵੇਗਾ ਅਗਾਂਹ, ਔਰ ਜੋ ਹੋਵੇਗਾ ਅੱਗੇ ਜਾ ਕਰਕੇ ਉਹ ਪਰਮਾਤਮਾ ਦਾ ਭਾਣਾ ਹੈ, ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਹੋਵੇਗਾ। ਅੱਗੇ ਮਹਾਰਾਜ ਕਹਿੰਦੇ ਸਾਹੋ ਹਮਾਰਾ ਠਾਕੁਰ ਭਾਰਾ, ਹਮ ਤਿਸ ਕੇ ਵਣਜਾਰੇ। ਸਾਧ ਸੰਗਤ ਅਸੀਂ ਜੀਵ ਵਣਜਾਰੇ, ਪਰਮਾਤਮਾ ਵਾਹਿਗੁਰੂ ਜੀਆਂ ਪਾਸੋਂ ਗਿਆਨ ਅੰਮ੍ਰਿਤ ਰੂਪੀ ਧਨ ਜਿਹੜਾ ਹੈ ਨਾ ਉਹ ਇਕੱਤਰ ਕਰਨ ਵਾਸਤੇ ਆਏ ਆ, ਉਹ ਖਰੀਦਣ ਵਾਸਤੇ ਆਏ ਵਣਜਾਰੇ ਬਣ ਕਰਕੇ। ਤੇ ਸ਼ਾਹੋ ਉਹ ਪਰਮਾਤਮਾ ਵਾਹਿਗੁਰੂ ਬੜਾ ਵੱਡਾ ਸ਼ਾਹੋ ਹੈ, ਗਿਆਨ ਦਾ ਭਾਰਾ ਸੋਮਾ ਹੈ, ਉਹ ਸਤਿਗੁਰੂ ਜਿਸ ਦੇ ਪਾਸੋਂ ਅਸੀਂ ਇਹ ਪ੍ਰਾਪਤ ਕਰਨਾ, ਹੋਰ ਕਿਸੇ ਪਾਸੋਂ ਨਹੀਂ। ਪਰ ਮਹਾਰਾਜ ਜੀ ਕਹਿੰਦੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ, ਆਪੇ ਜੀ ਵਾਲੇ। ਅਖੀਰਲੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ, ਇਹ ਜਿਹੜੀ ਰਾਸ ਪੂੰਜੀ ਹੈ, ਜਿੰਦ ਹੈ ਨਾ, ਇਹ ਪਰਮਾਤਮਾ ਦੀ ਦਿੱਤੀ ਹੋਈ ਹੈ। ਇਹ ਤੂੰ ਇਹਨੂੰ ਆਪਣੀ ਸਮਝ ਕਰਕੇ ਇਸ ਸੰਸਾਰ ਦੇ ਉੱਪਰ ਨਾ ਵਿਚਰ, ਜਿਸ ਕੀ ਵਸਤ ਸੋਈ ਲੈ ਜਾਏਗਾ। ਇਹ ਤੇ ਪਰਮਾਤਮਾ ਦੀ ਵਸਤ ਹੈ ਤੇ ਪਰਮਾਤਮਾ ਇਹਨੂੰ ਲੈ ਕਰਕੇ ਜਾਵੇਗਾ। ਕਿਸੇ ਪ੍ਰਕਾਰ ਦਾ ਰੋਸ ਨਾ ਕਰ ਤੇ ਮਾਰ ਆਪੇ ਜੀਵਾਲੇ। ਸਾਧ ਸੰਗਤ ਕਿਸੇ ਮਨੁੱਖ ਦੇ ਵਿੱਚ ਇਹ ਇਤਨੀ ਤਾਕਤ ਨਹੀਂ ਹੈ ਉਹ ਕਿਸੇ ਜੀਵ ਨੂੰ ਮਾਰ ਦਵੇ ਜਾਂ ਮਰਨੋਂ ਬਚਾ ਲਵੇ। ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਤਾਂ ਮਨ ਕਾਇਤ ਕੜਈਏ। ਤਾਂ ਕਾਦੇ ਵਾਸਤੇ ਸਾਧ ਸੰਗਤ ਜੀ ਤੂੰ ਚਿੰਤਾ ਕਰਦਾ ਹੈ? ਪਰਮਾਤਮਾ ਵਾਹਿਗੁਰੂ ਜੀਆਂ ਅੱਗੇ ਇਹ ਅਰਦਾਸ ਕਰ, ਇਹ ਦੇਹੀ ਜਿਹੜੀ ਹੈ ਨਾ ਇਹ ਸਫਲੀ ਹੋ ਜਾਵੇ। ਇਹ ਜੀਵ ਜਿਹੜਾ ਹੈ ਨਾ, ਜਿੰਦ ਜਿਹੜੀ ਹੈ ਇਹ ਵੀ ਸਫਲੀ ਹੋ ਜਾਵੇ। ਸਫਲੀ ਕਿਵੇਂ ਹੋਵੇਗੀ? ਗੁਰੂ ਦੀ ਸ਼ਰਨ ਦੇ ਵਿੱਚ ਆਣ ਕਰਕੇ, ਸਿੱਖਿਆ ਲੈ ਕਰਕੇ, ਸਤਿਗੁਰੂ ਜੀਆਂ ਦਾ ਗਿਆਨ ਰੂਪੀ ਸੁਰਮਾ ਜਿਹੜਾ ਹੈ ਆਪਣੀਆਂ ਅੱਖਾਂ ਦੇ ਵਿੱਚ ਜਦੋਂ ਆਪਾਂ ਪਾਵਾਂਗੇ ਨਾ ਸਾਧ ਸੰਗਤ, ਇਹ ਫਿਰ ਕਾਇਆ ਦੀ ਜਿਹੜੇ ਕਰਮ ਨੇ ਨਾ ਉਹ ਵੀ ਸੁਚੱਜੇ ਹੋ ਜਾਣਗੇ। ਮਾੜੇ ਪੈਰ ਮਾੜੇ ਰਸਤੇ ਵੱਲ ਨੂੰ ਜਾਂਦੇ ਨੇ, ਉਹ ਚੰਗੇ ਪੈਰ ਬਣ ਕੇ ਸਾਧ ਸੰਗਤ ਵੱਲ ਆਉਣਗੇ। ਇਹ ਪਾਵਨ ਪਵਿੱਤਰ ਸ਼ਬਦ ਕਾਫੀ ਲੰਬੇਰਾ ਸੀ। ਇਸ ਦੀ ਵਿਚਾਰ ਆਪ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤੀ ਹੈ। ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਜੀ ਹੋਣਾ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਭੁੱਲਣਹਾਰ ਜੀਵ ਹਾਂ। ਸਤਿਗੁਰੂ ਜੀਆਂ ਦੀ ਵਡਿਆਈ ਸਤਿਗੁਰੂ ਜੀ ਆਪ ਹੀ ਵਿੱਚ ਵਰਤ ਕਰਕੇ ਕਰਵਾ ਸਕਦੇ। ਸਾਡੇ ਜੀਵਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ। ਆਓ ਬੜੇ ਪ੍ਰੇਮ ਦੇ ਨਾਲ ਹੁਣ ਫਤਿਹ ਦੇ ਨਾਲ ਸਮਾਪਤੀ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਵਿੱਚ ਭਿੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ। ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕਥਾ ਦੀ ਸੇਵਾ ਨਿਭਾ ਰਹੇ ਸਨ ਸਤਿਕਾਰਯੋਗ ਭਾਈ ਰਾਜਵਿੰਦਰ ਸਿੰਘ ਜੀ। ਬਹੁਤ ਹੀ ਸੁੰਦਰ ਢੰਗ ਦੇ ਨਾਲ ਸੋਹਣੇ ਫਰਮਾਨ ਦੇ ਕੇ ਭਾਈ ਸਾਹਿਬ ਜੀ ਕਥਾ ਸਰਵਣ ਕਰਾਉਂਦੇ ਹਨ। ਕੱਲ੍ਹ ਵੀ ਇਸੇ ਤਰ੍ਹਾਂ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਸਮੇਂ ਸਿਰ ਪਹੁੰਚ ਕੇ ਆਪ ਜੀ ਨੇ ਹਾਜ਼ਰੀ ਭਰ ਕੇ ਕਥਾ ਸਰਵਣ ਕਰਨੀ ਹੈ। ਧਰਮ ਪ੍ਰਚਾਰ